सुरजीत कौरे तेरे हाथ टुट गया। ना धी आ तेरी कोई गैर तो नहीं, नाले रोटी देन आई है तेनू, कोई जहर तो नहीं तेनू देन आई। कोई दो तो जहर दे दिंदी चंगा सी। क्यों पाप ढोना इहो जिहा कबोल बोल के धीआं नू? जे तू ही ओ बोलेगा तो लोकां दे मुंह तो खुलन गई, ओ किवें फड़ांगे? ले फड़ रोटी खा। हेलो हेलो माँ। मेहंदी की हाल है बेटी? ठीक है माँ। माँ हाँ हाँ आज पापा जी ने मेरे हाथ की रोटी खा ली। अच्छा, मैं तेनू आख्या सी ना बेटे भी सब ठीक हो जाऊगा। पाठ कर दी हुनी है ना? जी रब तो हौसला मंगीदा, परमात्मा सब कुछ ठीक कर दिंदा। होर बीबी तेरी दा की हाल है? ठीक है माँ। मेरी सत श्री अकाल आखी ओनू, ठीक है? जी कोई भी समस्या होवे ना तो फोन कर दी, जी माँ। ठीक है? बहुत बहुत प्यार मेरी तीनू। ओके। किहदा फोन सी मासी? मेहंदी दा फोन सी बेटी। अच्छा की कहंदी? बहुत खुश सी अज तक। वधिया फिर तां। कहंदी पापा जी बड़े खुश है, बदल गया हम तां। अच्छा हाँ सुपन औलाद दा मुंह बदल ही दिंदा ना मापियां नूं। ਇਹ ਤਾਂ ਹੈ ਮਾਸੀ। नाले सच च बड़ी ताकत हुंदी है। ਫਿਰ ਰੱਬ ਵੀ ਸਾਥ ਦਿੰਦਾ ਬੰਦੇ ਦਾ। बिल्कुल सच्चा इंसान होवे तां रब भी सच दा साथ दिंदा है। ਮਾਸੀ ਹੁਣ ਨਾ ਆਪਾਂ ਕਿਸੇ ਚੰਗੇ ਜਿਹੇ ਵਕੀਲ ਨੂੰ ਮਿਲੀਏ ਭੈਣ ਨੂੰ ਇਨਸਾਫ ਦਿਵਾਉਣ ਲਈ। ਵਕੀਲ ਸਾਹਿਬ ਅਸੀਂ ਚਾਹੁੰਦੇ ਹਾਂ ਕਿ ਮਹਿੰਦੀ ਨੂੰ ਹਰ ਹਾਲਤ ਵਿੱਚ ਇਨਸਾਫ ਦਿਵਾਇਆ ਜਾਵੇ। क्यों नहीं, अदालतां तो बड़ियां ही इंसाफ दिवाउण लई हैं। ਤੁਹਾਨੂੰ ਕੀ ਲੱਗਦਾ ਵਕੀਲ ਸਾਹਿਬ ਕਿੰਨਾ ਕੁ ਦਾਮਾ ਕੇਸ 'ਚ? केस च दम ही दम है। विक्टिम लड़की ने बयान दिते ने, डीएनए रिपोर्ट है साडे कोल, मुलजम दे बाकी साथी भी गिरफ्तार हो चुके हैं। ਪਰ ਵਕੀਲ ਸਾਹਿਬ ਉਹਨਾਂ ਸਾਥੀਆਂ ਨੇ ਤਾਂ ਬਿਆਨ ਹੀ ਬੜੇ ਉਲਟੇ ਸਿੱਧੇ ਦਿੱਤੇ ਹੈ, ਕੇਸ ਹੀ ਉਲਟਾ ਪੁਲਟਾ ਕਰਕੇ ਰੱਖ ਦਿੱਤਾ। ਆਹ ਅਖਬਾਰਾਂ 'ਚ ਟੀਵੀ ਤੇ ਦੇਖਿਆ ਹੀ ਹੋਣਾ ਤੁਸੀਂ ਕੀ ਬਿਆਨ ਦਿੱਤੇ ਉਹਨਾਂ ਨੇ। ਆਖੇ ਇੱਕ ਅਮੀਰ ਘਰ ਦਾ ਲੜਕਾ ਸੀ ਤੇ ਇਹ ਲੜਕੀ ਗਰੀਬ ਘਰ ਦੀ ਸੀ ਤੇ ਅਮੀਰ ਹੋਣ ਦੇ ਚੱਕਰ 'ਚ ਉਹਨੂੰ ਆਪਣੇ ਜਾਲ 'ਚ ਫਸਾਉਣਾ ਚਾਹੁੰਦੀ ਸੀ। ਉਹ ਕਹਿੰਦੇ ਲੜਕੀ ਖੁਦ ਚੱਲ ਕੇ ਆਈ ਸੀ ਉਹਨਾਂ ਦੇ ਕੋਲ। देखो बेटे, मुजरम तो अपने आप को बचाने लिए इहो ਜਿਹੇ बयान देणगे ही, पर कोई गल नहीं, केस अदालत च आन दिओ, मुजरम तो सच उगलाना आंदा है सानू। ਉਹਨਾਂ ਨੇ ਤਾਂ ਬਲਾਤਕਾਰ ਨੂੰ ਪ੍ਰੇਮ ਕਹਾਣੀ ਬਣਾ ਕੇ ਰੱਖਤਾ। हाँ सच मां दलेर कौर जी, ਤੁਸੀਂ ਜ਼ਿਕਰ ਕੀਤਾ ਸੀ ਕਿ ਉਸ ਦੀ ਇੱਕ ਸਹੇਲੀ ਹੈ ਜੋ ਚਸ਼ਮਦੀਨ ਗਵਾਹ ਹੈ ਮੌਕੇ ਦੀ, ਉਹ ਸੰਪਰਕ 'ਚ ਹੈ ਤੁਹਾਡੇ। ਜੀ ਹਾਂ, ਨਵਪ੍ਰੀਤ ਆ ਉਹਦਾ ਨਾਮ। हाँ वो साबित कर सकती है कि विक्टिम लड़की मेहंदी उत्ते किवें पहुंची। ਉਹ ਵੈਸੇ ਵੀ ਮਹਿੰਦੀ ਨਾਲੋਂ ਬੋਲਡ ਹੈ ਵਕੀਲ ਸਾਹਿਬ, ਉਹਨੇ ਖੁੱਲ ਕੇ ਬਿਆਨ ਦੇ ਦੇਣੇ ਆ। ਨਾਲੇ ਉਹ ਵੈਸੇ ਵੀ ਆਪਣਾ ਕਸੂਰ ਮੰਨਦੀ ਹੈ ਕਿਉਂਕਿ ਉਹ ਹੀ ਮਹਿੰਦੀ ਨੂੰ ਨਾਲ ਲੈ ਕੇ ਗਈ ਸੀ ਉੱਥੇ। ਤੇ ਜਿਹੜੇ ਮੋਬਾਈਲ ਤੇ ਉਹ ਲੜਕੇ ਫੋਨ ਕਰਦੇ ਨੇ ਨਵਪ੍ਰੀਤ ਨੂੰ, ਉਹ ਕਿਹਦੇ ਕੋਲ ਹੈ? ਉਹ ਤਾਂ ਵਕੀਲ ਸਾਹਿਬ ਥਾਣੇਦਾਰ ਸਾਹਿਬ ਲੈ ਆਏ ਸੀ, ਤਫਤੀਸ਼ ਤੇ ਗਏ ਸੀ ਨਾ ਨਵਪ੍ਰੀਤ ਦੇ ਘਰੇ ਉਦੋਂ। थानेदार साहब? ਜੀ ਹਾਂ,
ਥਾਣੇਦਾਰ ਆਰਪੀ ਸਿੰਘ। ਪਰ ਮੈਨੂੰ ਕੁਝ ਸ਼ੱਕ ਜਿਹਾ ਹੁੰਦਾ ਵਕੀਲ ਸਾਹਿਬ। ਬਿਆਨ ਤਾਂ ਉਹਨਾਂ ਨੇ ਲਏ ਸੀ ਨਵਪ੍ਰੀਤ ਦੇ ਵੀ ਤੇ ਮਹਿੰਦੀ ਦੇ ਵੀ। ਪਹਿਲਾਂ ਤਾਂ ਲੱਗਦਾ ਸੀ ਵੀ ਸ਼ਾਇਦ ਸਾਡੀ ਬਹੁਤ ਮਦਦ ਕਰਨਗੇ ਉਹ, ਪਰ ਹੁਣ ਲੱਗਦਾ ਵੀ ਜਿੱਦਾਂ ਕੋਈ ਪ੍ਰੈਸ਼ਰ ਪਾ ਰਿਹਾ ਉਹਨਾਂ ਤੇ। ਉਹ ਵੈਸੇ ਮੋਬਾਈਲ ਆਪਣੇ ਕੋਲ ਹੁੰਦਾ ਤਾਂ ਕੇਸ ਹੋਰ ਸਟਰੋਂਗ ਹੋ ਜਾਣਾ ਸੀ। ਖੈਰ ਕੋਈ ਗੱਲ ਨਹੀਂ, ਇਸੀ ਲੋੜ ਪੈਣ ਤੇ ਪੁਲਿਸ ਡਿਪਾਰਟਮੈਂਟ ਦੀ ਮਦਦ ਵੀ ਲੈ ਲਾਂਗੇ। ਪਰ ਉਹ ਲੜਕੀ ਨਵਪ੍ਰੀਤ ਅਦਾਲਤ ਵਿੱਚ ਬਿਆਨ ਦੇ ਦੇਵੇਗੀ ਨਾ? ਬਿਲਕੁਲ, ਪਹਿਲਾਂ ਵੀ ਜ਼ਿਆਦਾ ਕੁਝ ਉਹਨੇ ਹੀ ਦੱਸਿਆ ਪੁਲਿਸ ਨੂੰ। ਵਕੀਲ ਸਾਹਿਬ, ਤੁਸੀਂ ਚਾਹੁੰਦੇ ਆ ਤਾਂ ਤੁਹਾਨੂੰ ਮਿਲਾ ਸਕਦੇ ਅਸੀਂ ਉਹਦੇ ਨਾਲ। ਤੁਸੀਂ ਜੋ ਸਮਝਾਉਣਾ ਹੋਇਆ ਉਹਨੂੰ ਸਮਝਾ ਦੇਣਾ ਖੁਦ ਹੀ। ਹਾਂ, ਉਸ ਤੋਂ ਕਾਫੀ ਜਾਣਕਾਰੀ ਮਿਲ ਸਕਦੀ ਹੈ। ਬਾਕੀ ਤੁਸੀਂ ਫਿਕਰ ਨਾ ਕਰੋ, ਮੈਨੂੰ ਲੱਗਦਾ ਹੈ ਕੇਸ 100% ਸਾਡੇ ਹੱਕ 'ਚ ਜਾਏਗਾ। ਅਸੀਂ ਤਾਂ ਇਹੀ ਆਸ ਲੈ ਕੇ ਆਏ ਹਾਂ ਤੁਹਾਡੇ ਕੋਲ ਵਕੀਲ ਸਾਹਿਬ, ਕਿਉਂਕਿ ਇਨਸਾਫ ਦਿਵਾਉਣ ਵਿੱਚ ਤਾਂ ਤੁਹਾਡਾ ਕੋਈ ਜਵਾਬ ਹੀ ਨਹੀਂ। ਜ਼ਿਆਦਾ ਇਸ ਲਈ ਕਿਉਂਕਿ ਵਕੀਲ ਸਾਹਿਬ, ਮੈਨੂੰ ਪਤਾ ਹੈ ਕਿ ਤੁਸੀਂ ਸਿਰਫ ਵਕਾਲਤ ਹੀ ਨਹੀਂ ਕਰਦੇ, ਬੀੜਾ ਵੀ ਚੁੱਕਿਆ ਬੱਚਿਆਂ ਨੂੰ ਇਨਸਾਫ ਦਿਵਾਉਣ ਲਈ। ਤੇ ਇਸ ਮਹਿੰਦੀ ਦੇ ਕੇਸ ਵਿੱਚ ਵੀ ਮੈਨੂੰ ਪਤਾ ਹੈ ਤੁਸੀਂ ਸਾਡੀ ਦਿਲੀ ਮਦਦ ਕਰੋਗੇ। ਮਾਂ ਦਲੇਰ ਕੌਰ ਜੀ, ਇਨਸਾਫ ਤਾਂ ਅਸਲ ਵਿੱਚ ਉੱਪਰ ਵਾਲੇ ਦੇ ਹੱਥ 'ਚ ਹੀ ਹੈ। ਇਸ ਤੱਕ ਜ਼ਰੀਆ ਹੈ, ਪਰ ਮੈਂ ਸੋਚਦਾ ਹਾਂ ਕਿ ਅਗਰ ਉੱਪਰ ਵਾਲੇ ਨੇ ਸਾਨੂੰ ਜ਼ਰੀਆ ਬਣਾਇਆ ਹੈ ਤਾਂ ਅਸੀਂ ਇਸ ਪੇਸ਼ੇ ਦਾ ਪੂਰਾ ਇਨਸਾਫ ਕਰੀਏ। ਆਖਰ ਅਸੀਂ ਵੀ ਤਾਂ ਉੱਪਰ ਵਾਲੇ ਅਦਾਲਤ ਵਿੱਚ ਪੇਸ਼ ਹੋਣਾ ਹੈ ਜਾ ਕੇ। ਵਕੀਲ ਸਾਹਿਬ, ਜੇ ਸਾਰੇ ਵਕੀਲ ਇਹ ਸੋਚਣ ਕਿ ਕੇਸ ਜਿੱਤਣ ਦੀ ਬਜਾਏ ਇਨਸਾਫ ਦਿਵਾਉਣਾ, ਤਾਂ ਮੇਰਾ ਖਿਆਲ ਹੈ ਕਿ ਲੋਕਾਂ ਦਾ ਅਟੱਲ ਵਿਸ਼ਵਾਸ ਹੋ ਜੇ ਇਹਨਾਂ ਅਦਾਲਤਾਂ ਤੇ। ਚਲੋ ਕੋਈ ਕਿਵੇਂ ਵੀ ਕਰੇ, ਪਰ ਆਪਾਂ ਜਿਹੜੇ ਰਾਹ ਤੇ ਚੱਲਣਾ ਹੈ ਉਸ ਰਾਹ ਦਾ ਫੈਸਲਾ ਆਪਾਂ ਖੁਦ ਕਰ ਸਕਦੇ ਹਾਂ। ਬਿਲਕੁਲ। ਅੱਛਾ ਵਕੀਲ ਸਾਹਿਬ, ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ, ਤੇ ਇੱਕ ਆਸ ਵੀ ਜਾਗੀ ਹੈ ਕਿ ਮੇਰੀ ਇਸ ਧੀ ਨੂੰ ਇਨਸਾਫ ਦਿਵਾਉਣ ਲਈ ਤੁਸੀਂ ਸਾਡੀ ਜ਼ਰੂਰ ਮਦਦ ਕਰੋਗੇ। ਅੱਛਾ, ਸਤਿ ਸ਼੍ਰੀ ਅਕਾਲ ਵਕੀਲ ਸਾਹਿਬ। ਅਸੀਂ ਗੱਲ ਕਰਦੇ ਹਾਂ ਨਵਪ੍ਰੀਤ ਭੈਣ ਨਾਲ ਤੁਹਾਨੂੰ ਮਿਲਾਉਣ ਬਾਰੇ। ਅੱਛਾ, ਸਤਿ ਸ੍ਰੀ ਅਕਾਲ ਜੀ, ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਹੈ ਭੈਣ ਜੀ ਤੁਹਾਡਾ? ਜੀ ਠੀਕ ਹੈ ਜੀ। ਮੱਥਾ ਟੇਕਦਾ ਹੋਇਆ ਵੀ। ਜਿਉਂਦਾ ਰਹਿ ਪੁੱਤ, ਬੈਠੋ ਭੈਣ ਜੀ। ਮੈਂ ਤੁਹਾਡੇ ਲਈ ਕੁਝ ਖਾਣ ਲਈ ਲੈ ਕੇ ਆਈ। ਨਹੀਂ ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ ਨਹੀਂ। ਭੈਣ ਜੀ, ਮੂੰਹ ਤਾਂ ਮਿੱਠਾ ਕਰਨਾ ਹੀ ਹੈ। ਮਾਸੀ, ਮੈਨੂੰ ਲੱਗਦਾ ਅੱਜ ਕੰਮ ਬਣ ਜਾਣਾ। ਭੂਆ ਬਹੁਤ ਖੁਸ਼ ਆ। ਬੇਟਾ, ਮੈਨੂੰ ਲੱਗਦਾ ਨਵਪ੍ਰੀਤ ਨੇ ਮਨਾ ਲਿਆ ਹੁਣ ਆਪਣੀ ਭੂਆ ਨੂੰ। ਨਾਲੇ ਸਹੇਲੀ ਖਾਤਰ ਇਹਨਾਂ ਤੋਂ ਉਹਨੂੰ ਕਰਨਾ ਵੀ ਚਾਹੀਦਾ ਨਾ। ਮੈਨੂੰ ਤਾਂ ਲੱਗਦਾ ਇਹ ਕ੍ਰਿਸ਼ਮਾ ਮਾਸੀ। ਮੈਂ ਤਾਂ ਡਰਦਾ ਸੀ ਕਿਤੇ ਫਿਰ ਭੂਆ ਪਤਾ ਨਹੀਂ ਕਿੱਦਾਂ ਬੋਲੂਗੀ। ਮੂੰਹ ਮਿੱਠਾ ਕਰੋ ਭੈਣ ਜੀ, ਮੈਂ ਤੁਹਾਡੇ ਲਈ ਚਾਹ ਬਣਾ ਕੇ ਲਿਆਈ। ਨਵਪ੍ਰੀਤ ਬੇਟੀ ਨਹੀਂ ਦਿਸਦੀ। ਉਸ ਲਈ ਤਾਂ ਮੂੰਹ ਮਿੱਠਾ ਕਰਾਉਣ ਲੱਗੀ ਆ। ਵੀਜ਼ਾ ਲੱਗ ਗਿਆ ਉਹਦਾ, ਬਾਹਰ ਚਲੀ ਗਈ। ਸ਼ੁਕਰ ਕੀਤਾ ਭੈਣ ਜੀ, ਸਿਰੋਂ ਭਾਰ ਲੱਥਾ। ਭੈਣ ਜੀ, ਜਦ ਦੀ ਇਹ ਗੱਲ ਹੋਈ ਸੀ ਨਾ, ਮੈਨੂੰ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ। ਸੱਚ ਕਰ ਜਾਣਦੇ ਹੋ ਭੈਣ ਜੀ, ਕੱਲ ਰਾਤ ਮੈਂ ਰੱਜ ਕੇ ਸੁੱਤੀ। ਪਰ ਅਸੀਂ ਤਾਂ ਉਹਨੂੰ ਮਿਲਣਾ ਸੀ ਭੈਣ ਜੀ। ਮਿਲਣਾ ਤਾਂ ਭੈਣ ਜੀ ਉਹ ਵੀ ਚਾਹੁੰਦੀ ਸੀ, ਪਰ ਕੀ ਕਰਦੀ, ਭਰਾ ਭਰਜਾਈ ਨੇ ਟਿਕਟ ਭੇਜ ਦਿੱਤੀ, ਚੜਾਣੀ ਪਈ। ਉਹ ਤਾਂ ਭੈਣ ਜੀ ਖਰੀਦੋ ਫਰੋਖਤ ਵੀ ਨਹੀਂ ਕਰ ਸਕੀ। ਹਾਂ ਭੈਣ ਜੀ, ਦੇਖੋ ਉਹਦੇ ਕੱਪੜੇ ਮੈਂ ਲੈ ਕੇ ਆਈ ਆ, ਹੁਣ ਕਿਸੇ ਦੇ ਹੱਥ ਭੇਜਾਂਗੀ। ਭੈਣ ਜੀ, ਕੋਈ ਉਹਦਾ ਟੈਲੀਫੋਨ ਨੰਬਰ ਤਾਂ ਹੋਊਗਾ ਤੁਹਾਡੇ ਕੋਲ? ਫੋਨ ਨਹੀਂ ਭੈਣ ਜੀ, ਫੋਨ ਤਾਂ ਉਹੀ ਕਰਦੇ ਸੀ, ਮੈਂ ਤਾਂ ਕਦੇ ਕੀਤਾ ਨਹੀਂ। ਚੱਲੀਏ ਸੁਪਨ? ਨਹੀਂ ਭੈਣ ਜੀ, ਬੈਠੋ, ਮੂੰਹ ਤਾਂ ਮਿੱਠਾ ਕਰਦੇ ਜਾਓ। ਨਹੀਂ ਭੈਣ ਜੀ, ਕਿਸੇ ਚੀਜ਼ ਦੀ ਲੋੜ ਨਹੀਂ। ਅੱਛਾ ਭੈਣ ਜੀ, ਸਤਿ ਸ਼੍ਰੀ ਅਕਾਲ। ਉਹ ਲੜਕੀ ਨਵਪ੍ਰੀਤ ਅਦਾਲਤ ਵਿੱਚ ਬਿਆਨ ਦੇ ਦੇਵੇਗੀ ਨਾ? ਵੀਜ਼ਾ ਲੱਗ ਗਿਆ ਉਹਦਾ, ਬਾਹਰ ਚਲੀ ਗਈ। ਉਹ ਲੜਕੀ ਨਵਪ੍ਰੀਤ ਅਦਾਲਤ ਵਿੱਚ ਬਿਆਨ ਦੇ ਦੇਵੇਗੀ ਨਾ? ਵੀਜ਼ਾ ਲੱਗ ਗਿਆ ਉਹਦਾ, ਬਾਹਰ ਚਲੀ ਗਈ। ਉਹ ਲੜਕੀ ਨਵਪ੍ਰੀਤ ਅਦਾਲਤ ਵਿੱਚ ਬਿਆਨ ਦੇ ਦੇਵੇਗੀ ਨਾ?
ਵੀਜ਼ਾ ਲੱਗ ਗਿਆ ਉਹਦਾ, ਬਾਹਰ ਚਲੀ ਗਈ। मैं सच कहनी है मां, मैं सच्ची पहली बार ही देखिया सी ओनू, हो नहीं सद्दिया सी मैनू। ਹੁਣੇ ਤਾਂ ਤੂੰ ਕਹਿ ਰਹੀ ਸੀ ਕਿ ਮੈਂ 3-4 ਮਹੀਨੇ ਤੋਂ ਜਾਣਦੀ ਆ ਉਹਨੂੰ, ਤੇ ਹੁਣੇ ਕਹਿ ਰਹੀ ਹੈ ਕਿ ਮੈਂ ਪਹਿਲੀ ਵਾਰੀ ਵੇਖਿਆ। ਦੇਖ ਬੇਟੇ, ਸੱਚੋ ਸੱਚ ਦੱਸ ਕੇ ਕੀ ਗੱਲ ਹੈ, ਕਿੰਨੀ ਦੇਰ ਤੋਂ ਜਾਣਦੀ ਆ ਤੂੰ ਉਹਨੂੰ? ਕੀ ਰਿਸ਼ਤਾ ਉਹਦਾ ਤੇਰੇ ਨਾਲ? मोबाइल मोबाइल फ्रेंड है मेरा। ਮੋਬਾਈਲ ਫਰੈਂਡ? ਇਹ ਕਿਹੋ ਜੀ ਫਰੈਂਡਸ਼ਿਪ ਹੈ? मोबाइल फोन ते ही बनिया सी। ਮੋਬਾਈਲ ਤੇ ਉਹ ਤੇਰਾ ਦੋਸਤ ਬਣਿਆ ਹੈ, ਫਿਰ ਉਹਨੇ ਤੈਨੂੰ ਫੋਨ ਕੀਤਾ, ਫਿਰ ਬਿਨਾਂ ਸਮਝਿਆ, ਬਿਨਾਂ ਦੇਖਿਆ, ਬਿਨਾਂ ਜਾਣਿਆ ਤੂੰ ਉਹਨੂੰ ਮਿਲਣ ਚਲੀ ਗਈ ਤੇ ਨਾਲ ਇਹਨੂੰ ਵੀ ਲੈ ਗਈ। ਬੇਵਕੂਫ ਕਿਸੇ ਥਾਂ ਦੀਆਂ, ਸ਼ਰਮ ਨਹੀਂ ਆਉਂਦੀ ਤੁਹਾਨੂੰ? नहीं मां, इसका कोई कसूर नहीं, इसे जानती भी नहीं सी, गलती मेरी है। मासी पानी लो। मासी नवप्रीत भैन तो बाहर चली गई, हुण की होगा? ਜੋ ਹੋਊਗਾ ਚੰਗਾ ਹੀ ਹੋਊਗਾ ਬੇਟੇ। जे भैन ने जाना ही सही, कम से कम दस तो दिंदी, हो नहीं कुछ, एक बार फोन तो कर दिंदी, कुछ पता तो लग जाता। हेलो मां दिल को हाँ जी, एक मिनट होल्ड करो प्लीज, कोई थोड़े नाल गल करनी चाहो। ਹੈਲੋ मां ਹਾਂਜੀ, ਮਾਂ ਦਲੇਰ ਕੌਰ ਹੀ ਬੋਲਦੀ ਹਾਂ। ਤੁਸੀਂ ਕੌਣ ਜੀ? मेहंदी नाल कुछ ज्यादा ही हमदर्दी लगदी है तैनू। ਕੌਣ ਹੋ ਤੁਸੀਂ? ਇਸ ਹਮਦਰਦੀ ਨੂੰ ਇੱਥੇ ਹੀ ਖਤਮ ਕਰ ਦੇਵੇਂ ਤਾਂ ਚੰਗਾ ਹੈ, ਨਹੀਂ ਤਾਂ ਮੈਨੂੰ ਪਤਾ ਕਰਨਾ ਪਊ ਤੇਰੀ ਧੀ ਕੀ ਕਰਦੀ ਹੈ ਔਰ ਕਿੱਥੇ ਰਹਿੰਦੀ ਹੈ। ਧਮਕੀਆਂ ਦਿੰਦਾ ਮੈਨੂੰ? ਮੈਂ ਹੀ ਦੱਸ ਦਿੰਨੀ ਆ ਕਿ ਮੇਰੀ ਧੀ ਐਸਪੀ ਹੈ, ਐਸਪੀ, ਤੇ ਤੇਰੇ ਵਰਗਿਆਂ ਨੂੰ ਸਜ਼ਾ ਦਿੰਦੀ ਹੈ। ਤੇ ਮੈਂ ਵੀ ਦੱਸ ਦਿੰਦਾ ਤੈਨੂੰ, ਇਹੋ ਜਿਹੇ ਕਈ ਐਸਪੀ ਮੇਰੇ ਇਸ਼ਾਰਿਆਂ ਤੇ ਨੱਚਦੇ ਨੇ, ਨੱਚਦੇ। मासी की गल है, कौन है फोन ते? घर इट्टां जां वट्टियां नाल नहीं बनदे, ਇਹ ਤਾਂ ਮਾਂ ਦੀ ਮਮਤਾ, ਭੈਣਾਂ ਦੀਆਂ ਸੱਧਰਾਂ, ਧੀਆਂ ਦੀਆਂ ਦੁਆਵਾਂ ਤੇ ਪਤਨੀ ਦੇ ਪਿਆਰ ਨਾਲ ਬਣਦੇ ਹਨ। ਜਿੱਥੇ ਨਾ ਪਿਆਰਾਂ ਦੀ ਘਾਟ ਹੋ ਜਾਵੇ, ਉਹ ਘਰ ਘਰ ਨਹੀਂ ਰਹਿੰਦੇ, ਸਗੋਂ ਖੰਡਰ ਬਣ ਜਾਂਦੇ ਹਨ। ਆਓ ਆਪਣੇ ਘਰਾਂ ਨੂੰ ਖੰਡਰ ਬਣਨ ਤੋਂ ਬਚਾਈਏ ਤੇ ਆਪਣੀਆਂ ਮਾਵਾਂ, ਭੈਣਾਂ, ਧੀਆਂ ਲਈ ਦੁਆਵਾਂ ਮੰਗੀਏ ਤੇ ਉਹਨਾਂ ਦੇ ਹੱਕ 'ਚ ਆਵਾਜ਼ ਉਠਾਈਏ। ਹੈਲੋ ਹੈਲੋ, कौन सी मासी? ਜਿਹਨੇ ਬਲਾਤਕਾਰ ਕੀਤਾ ਉਸ ਕਮੀਨੇ ਦਾ ਬਾਪ ਸੀ। ਧਮਕੀਆਂ ਦਿੰਦਾ ਸੀ ਮੈਨੂੰ, ਤੇ ਇੱਕ ਔਰਤ ਨੂੰ ਧਮਕੀਆਂ ਦੇ ਕੇ ਆਪਣੇ ਆਪ ਨੂੰ ਤਾਕਤਵਰ ਸਮਝਦਾ, ਕਮਜ਼ੋਰ ਕਿਸੇ ਥਾਂ ਦਾ। ਆਪਾਂ ਨੂੰ ਵੀ ਤਾਂ ਲੱਗਦਾ ਹੀ ਸੀ ਮਾਸੀ ਵੀ ਇੱਕ ਵਿਗੜੇ ਘਰ ਦੀ ਕਮੀਨੀ ਔਲਾਦ ਹੋਣੀ ਆ, ਤੇ ਹੁਣ ਇਹ ਵੀ ਸਾਬਤ ਹੋ ਗਿਆ ਕਿ ਵਿਗੜੇ ਘਰ ਦੀ ਨਹੀਂ, ਵਿਗੜੇ ਬਾਪ ਦੀ ਵਿਗੜੀ ਹੋਈ ਔਲਾਦ ਹੈ। ਤੇ ਸੁਪਨ, ਇਹੋ ਜਿਹੇ ਵਿਗੜੇ ਹੋਏ ਬਾਪ ਨੇ ਭਗਤ ਜਨ ਥੋੜਾ ਪੈਦਾ ਕਰਨੇ ਆ ਬੇਟੇ, ਆਪਦੇ ਵਰਗੇ ਵੈਸ਼ੀ ਤੇ ਦਰਿੰਦੇ ਹੀ ਪੈਦਾ ਕਰਨੇ ਆ ਨਾ। ਮਾਸੀ ਤੁਹਾਨੂੰ ਨਹੀਂ ਲੱਗਦਾ ਵੀ ਆਪਾਂ ਨੂੰ ਵਕੀਲ ਸਾਹਿਬ ਨਾਲ ਗੱਲ ਕਰ ਲੈਣੀ ਚਾਹੀਦੀ ਹੈ? ਸ਼ਾਇਦ ਕੋਈ ਸੁਰਾਗ ਮਿਲ ਜੇ। मैं देख रहा हूं लॉ पॉइंट को केस कर रहे हैं। सच करती था। ਵਕੀਲ ਸਾਹਿਬ, ਉਹ
लड़की नवप्रीत तो बाहर चले गई। बाहर कितने? ਅਬਰੋਡ ਆਈ ਮੀਨ ਯੂਐਸ। ओह, ਮੈਨੂੰ ਲੱਗਦਾ ਵਕੀਲ ਸਾਹਿਬ ਉਹਨੂੰ ਕਿਸੇ ਨੇ ਡਰਾ ਦਿੱਤਾ ਹੋਣਾ। ਇੱਥੇ ਉਹ ਆਪਣੀ ਭੂਆ ਕੋਲ ਰਹਿੰਦੀ ਹੈ। ਮਾਸੀ ਨੂੰ ਵੀ ਫੋਨ ਕਰਕੇ ਕਿਸੇ ਨੇ ਧਮਕੀਆਂ ਦਿੱਤੀਆਂ ਤੇ ਹੋ ਸਕਦਾ ਉਹਨਾਂ ਨੂੰ ਵੀ ਦਿੱਤੀਆਂ ਹੋਣ। कौन सी हो जिन्हें धमकियां ਦਿੱਤੀਆਂ? ਨਾ ਨਹੀਂ ਦੱਸਿਆ ਉਹਨੇ। ਕਹਿੰਦਾ ਸੀ ਮੈਂ ਕੋਈ ਸਧਾਰਨ ਆਦਮੀ ਨਹੀਂ, ਤਾਕਤ ਹੈ ਇੱਕ ਤਾਕਤ। ਇਹਨਾਂ ਕੇਸਾਂ 'ਚ ਤਾਂ ਹੋਰ ਵੀ ਬਹੁਤ ਕੁਝ ਹੁੰਦਾ ਇਹੋ ਜਿਹਾ। ਖੈਰ, ਧਮਕੀਆਂ ਤਾਂ ਆਮ ਜੀ ਗੱਲ ਹੈ। ਧਮਕੀਆਂ ਹੀ ਨਹੀਂ ਦਿੱਤੀਆਂ ਵਕੀਲ ਸਾਹਿਬ, ਚਿੱਕੜ ਵੀ ਬੜਾ ਸੁੱਟਿਆ ਗਿਆ ਮਹਿੰਦੀ ਦੀ ਇੱਜ਼ਤ ਤੇ। ਇਸ ਲਈ ਤਾਂ ਮੈਂ ਚਾਹੁੰਦੀ ਹਾਂ ਵਕੀਲ ਸਾਹਿਬ ਕਿ ਇਸ ਕੇਸ ਦਾ ਫੈਸਲਾ ਆਮ ਕੇਸਾਂ ਵਾਂਗ ਕੋਰਟ ਕਚਹਿਰੀ 'ਚ ਨਾ ਕੀਤਾ ਜਾਵੇ। ਕਿਉਂ? ਤੁਸੀਂ ਤਾਂ ਜਾਣਦੇ ਹੋ ਵਕੀਲ ਸਾਹਿਬ ਕਿ ਇਹੋ ਜਿਹੇ ਕੇਸਾਂ ਵਿੱਚ ਕਿਹੋ ਜਿਹੇ ਇਲਜ਼ਾਮ ਲਾਏ ਜਾਂਦੇ ਲੜਕੀ ਤੇ, ਕਿਹੋ ਜਿਹੇ ਸਵਾਲ ਪੁੱਛੇ ਜਾਂਦੇ ਆ ਕਿ ਬਲਾਤਕਾਰ ਕਿਹਨੇ ਕੀਤਾ, ਕਿੰਨੇ ਆਦਮੀ ਸੀ, ਚੁੰਮਣ ਕਿਹਨੇ ਲਿਆ, ਕੱਪੜੇ ਕਿਹਨੇ ਉਤਾਰੇ ਤੇ ਪਤਾ ਨਹੀਂ ਕਿੰਨਾ ਕੁਝ ਹੋਰ। ਝੂਠ ਤੂਫਾਨ ਬੋਲ ਕੇ ਜਿੰਨਾ ਚਿੱਕੜ ਸੁੱਟ ਸਕਦੇ ਆ ਨਾ ਲੜਕੀ ਦੀ ਇੱਜ਼ਤ ਤੇ, ਸੁੱਟਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਉਹ ਬੋਲਣ ਜੋ ਕਿ ਰਵੇ ਹੀ ਨਾ, ਚੁੱਪ ਕਰਕੇ ਅੰਦਰ ਵੜ ਕੇ ਬਹਿ ਜਾਵੇ। ਇਸੇ ਕਰਕੇ ਤਾਂ ਵਕੀਲ ਸਾਹਿਬ ਬਹੁਤੇ ਲੋਕ ਇਹਨਾਂ ਕੇਸਾਂ ਵਿੱਚ ਅਦਾਲਤਾਂ ਦੇ ਦਰਵਾਜ਼ੇ ਖੜਕਾਉਣ ਤੋਂ ਹੀ ਡਰਦੇ ਆ, ਜਾਂਦੇ ਹੀ ਨਹੀਂ ਉੱਥੇ। ਅਬ ਮਹਿੰਦੀ ਦੇ ਪਿਤਾ ਵੀ ਤਾਂ ਇਹੀ ਚਾਹੁੰਦੇ ਆ ਕਿ ਚੁੱਪ ਕਰਕੇ ਅੰਦਰ ਵੜ ਕੇ ਬਹਿ ਲਿਆ ਜਾਵੇ, ਕੇਸ ਲੜਿਆ ਹੀ ਨਾ ਜਾਵੇ। ਤੇ ਉਹ ਲੜਕੀ ਮਹਿੰਦੀ, ਉਹ ਕੀ ਚਾਹੁੰਦੀ ਹੈ? ਵਕੀਲ ਸਾਹਿਬ ਪਹਿਲਾਂ ਤੋਂ ਇੰਨੀ ਸਹਿਮੀ ਹੋਈ ਸੀ ਕਿ ਉਸ ਗੱਲ ਨੂੰ ਯਾਦ ਕਰਕੇ ਬੇਹੋਸ਼ ਹੀ ਹੋ ਜਾਂਦੀ ਸੀ। ਹੁਣ ਤਾਂ ਮਾਸੀ ਨੇ ਕਾਫੀ ਬੋਲਡ ਕਰਤਾ ਉਹਨੂੰ। ਹੁਣ ਤਾਂ ਚਾਹੁੰਦੀ ਆ ਉਹ ਕਿ ਇਨਸਾਫ ਮਿਲੇ ਮੈਨੂੰ। ਫਿਰ ਇਨਸਾਫ ਤਾਂ ਅਦਾਲਤ ਰਾਹੀਂ ਹੀ ਮਿਲ ਸਕਦਾ ਨਾ। ਵਕੀਲ ਸਾਹਿਬ ਪਤਾ ਨਹੀਂ ਮੈਂ ਠੀਕ ਹੈ ਕਿ ਗਲਤ ਹੈ। ਦੂਸਰਾ, ਮੈਂ ਕਾਨੂੰਨ ਨੂੰ ਆਪਣੇ ਹੱਥਾਂ 'ਚ ਵੀ ਨਹੀਂ ਲੈਣਾ ਚਾਹੁੰਦੀ, ਪਰ ਮੈਂ ਸੋਚਦੀ ਹਾਂ ਕਿ ਇਸ ਕੇਸ ਦਾ ਫੈਸਲਾ ਇੱਕ ਵਿਸ਼ੇਸ਼ ਲੋਕ ਅਦਾਲਤ 'ਚ ਹੋਵੇ ਤੇ ਉਹ ਲੋਕ ਅਦਾਲਤ ਵੀ ਮਹਿੰਦੀ ਦੇ ਆਪਣੇ ਪਿੰਡ ਪੀਲਾਂ 'ਚ ਲਗਾਈ ਜਾਵੇ। ਉਹਦੇ ਨਾਲ ਕੀ ਹੋਵੇਗਾ? ਵਕੀਲ ਸਾਹਿਬ ਜਦੋਂ ਸਾਰੇ ਪਿੰਡ ਦੇ ਸਾਹਮਣੇ ਸੱਚ ਤੇ ਝੂਠ ਦਾ ਨਤਾਰਾ ਹੋਊਗਾ, ਸਾਰੇ ਪਿੰਡ ਦੇ ਸਾਹਮਣੇ ਜਦੋਂ ਮਹਿੰਦੀ ਨਾਲ ਬਲਾਤਕਾਰ ਕਰਨ ਵਾਲੇ ਕਮੀਨਿਆਂ ਨੂੰ ਸਜ਼ਾ ਮਿਲੂਗੀ, ਮਹਿੰਦੀ ਨੂੰ ਇਨਸਾਫ ਮਿਲੂਗਾ, ਤਾਂ ਪਿੰਡ ਦੀਆਂ ਬੱਚੀਆਂ ਦੇ ਹੌਸਲੇ ਬੁਲੰਦ ਹੋਣਗੇ ਨਾ। ਨਾਲੇ ਵਕੀਲ ਸਾਹਿਬ, ਇਨਸਾਨ ਜਿੱਥੇ ਰਹਿੰਦਾ ਨਾ, ਸਭ ਤੋਂ ਜ਼ਿਆਦਾ ਸ਼ਰਮਿੰਦਗੀ ਵੀ ਉੱਥੇ ਮਹਿਸੂਸ ਕਰਦਾ ਹੈ। ਘਰ ਦੇ ਸਾਥ ਦੇਣਗੇ ਮਹਿੰਦੀ ਦਾ? ਇਹਦੇ ਲਈ ਤਾਂ ਵਕੀਲ ਸਾਹਿਬ ਆਪਾਂ ਤਿਆਰ ਕਰਾਂਗੇ ਨਾ ਉਹਨਾਂ ਨੂੰ। ਆਈਡੀਆ ਤਾਂ ਬਹੁਤ ਅੱਛਾ ਹੈ, ਮੈਂ ਕੋਸ਼ਿਸ਼ ਕਰਾਂਗਾ। ਇੰਜ ਕਰਦੇ ਹਾਂ ਕਿ ਵਿਕਟਮ ਲੜਕੀ ਵੱਲੋਂ ਇੱਕ ਦਰਖਾਸਤ ਦਵਾ ਦਿੰਦੇ ਹਾਂ। ਹਾਂ ਵਕੀਲ ਸਾਹਿਬ, ਉਹ ਮੈਂ ਪਹੁੰਚਾ ਦੂੰਗਾ ਤੁਹਾਡੇ ਕੋਲ। ਗੁੱਡ, ਵੈਰੀ ਗੁੱਡ, ਮੈਂ ਕੋਸ਼ਿਸ਼ ਕਰਾਂਗਾ। ਤੁਸੀਂ ਕੋਸ਼ਿਸ਼ ਕਰੋਗੇ ਤਾਂ ਹੋ ਵੀ ਜ਼ਰੂਰ ਜਾਣਾ ਵਕੀਲ ਸਾਹਿਬ। ਅੱਛਾ ਜੀ, ਸਤਿ ਸ਼੍ਰੀ ਅਕਾਲ ਜੀ। ਅਸੀਂ ਬੀਬੀ ਮਹਿੰਦੀ ਪੰਮੀ ਚੱਲ ਚੱਲ ਛੇਤੀ ਕਰ, ਮੇਰਾ ਪਿਓ ਦੀ ਫੇਰ ਆਵਾਂਗੇ ਤਾਈ। ਖਬਰਦਾਰ ਜੇ ਨੂੰ ਬੁਲਾਇਆ ਮੁੜ ਕੇ ਤੇ। ਬੀਬੀ ਉਹਨੇ ਕੀ ਆਖਿਆ ਮੈਨੂੰ? ਨਹੀਂ ਤੈਨੂੰ ਨਹੀਂ ਪਤਾ, ਇਹੋ ਜੀਆਂ ਕੜਮੂਈਆਂ ਦੇ ਮੂੰਹ ਨਹੀਂ ਲੱਗੀਦਾ ਹੁੰਦਾ, ਨਹੀਂ ਤੇ ਬੁੱਧੀ ਭ੍ਰਿਸ਼ਟ ਜਾਂਦੀ ਆ। ਨਾ ਕੀ ਹੋਇਆ ਇਹਦੀ ਬੁੱਧੀ ਨੂੰ? ਇੰਨੀ ਹੁਸ਼ਿਆਰ ਕੁੜੀ ਹੈ ਮਹਿੰਦੀ, ਇਹਦੀ ਕਾਪੀਆਂ ਲੈ ਲੈ ਕੇ ਤਾਂ ਮੈਂ ਹੁਣ ਤੱਕ ਕਲਾਸ 'ਚੋਂ ਫਸਟ ਆਉਂਦੀ ਰਹੀ ਆ। ਨਾ ਤੇ ਹੁਣ ਇਹਦੇ ਵਾਂਗੂ ਨਾ ਫਸਟ ਆ ਜਾਈਂ ਕਿਤੇ। ਬੀਬੀ ਐਵੇਂ ਨਹੀਂ ਲੋਕਾਂ ਦੇ ਮਗਰ ਲੱਗੀਦਾ, ਲੋਕ ਤਾਂ 20 ਗੱਲਾਂ ਬਣਾਉਂਦੇ ਆ। ਨਹੀਂ ਐਵੇਂ ਨਹੀਂ ਲੋਕੀ ਗੱਲਾਂ ਬਣਾਉਂਦੇ, ਪਤਾ ਨਹੀਂ ਕਿੱਥੇ ਕਿੱਥੇ ਖੇ ਖਾਂਦੀ ਆਈ ਆ। ਇਹ ਤੇ ਚੰਗਾ ਹੋਇਆ ਵੀ ਤੇਰੇ ਪਿਓ ਨੇ ਕਿਤੇ ਇਹਦੇ ਵਾਲੇ ਕਾਲਜ ਨਹੀਂ ਲਾ ਦਿੱਤਾ ਤੈਨੂੰ, ਨਹੀਂ ਤੇ
ਨਹੀਂ ਤਾਂ ਕੀ ਬੀਬੀ? ਕੁਛ ਨਹੀਂ, ਕੁੜੀਆਂ ਨਹੀਂ ਬਹੁਤਾ ਲੁੱਤਰ ਲੁੱਤਰ ਕਰਦੀਆਂ ਹੁੰਦੀਆਂ। ਆ ਫੜ ਸਮਾਨ ਤੇ ਚੱਲ ਘਰ, ਸਿੱਧੀ ਘਰੇ ਜਾਈ। ਨਾਲੇ ਆਟਾ ਗੁੰਨ ਕੇ ਤੇ ਦਾਲ ਧਰਦੀ ਹਾਰੇ 'ਚ, ਵੀਰਾ ਭੁੱਖਾ ਹੋਣਾ। ਚੱਲ ਸਿੱਧੀ ਘਰ ਜਾਈ। ਮੈਂ 2 ਮਿੰਟ ਤੇਰੀ ਚਾਚੀ ਵੱਲੋਂ ਹੋ ਕੇ ਆਈ, ਘਰੇ ਜਾਈ ਸਿੱਧੀ। ਜੀਤੋ ਘਰੇ ਹੀ ਐ? ਕਰਈਆਂ ਭੈਣ, ਆ ਜਾ ਨੰਗਿਆ। ਮੈਂ ਆਈ ਦੁੱਧ ਰੱਖ ਕੇ, ਬੈਠ ਤੂੰ ਮੰਜੇ ਤੇ। ਹੋਰ ਸੁਣਾ, ਕਿੱਦਾਂ ਸੁੱਖ ਸਾਂ? ਸਭ ਠੀਕ ਹੈ? ਮੈਂ ਤਾਂ ਸ਼ਹਿਰੋਂ ਆਈ ਲੱਗਦੀ ਆ ਤੂੰ। ਆਹੋ, ਪੰਮੀ ਨੇ ਸੂਟ ਲੈਣਾ ਸੀ, ਉਹਦੇ ਨਾਲ ਗਈ ਆ। ਅੱਛਾ, ਪੰਮੀ ਕਿੱਥੇ ਆ? ਉਹਨੂੰ ਤਾਂ ਮੈਂ ਭੇਜਤਾ ਘਰੇ ਤੇ ਮੈਂ ਆਈ ਆ ਤੇਰੇ ਕੋਲ। ਨੀ ਭੈਣ, ਨੀ ਮੇਰੇ ਕੋ ਤੇ ਜਾਣੀ ਦੀ ਪੈਰ ਹੀ ਨਾ ਪੱਟ ਹੋਵੇ ਗਾਵਾਂ। ਨੀ ਮੇਰਾ ਤੇ ਜੀ ਕਰੇ ਕਿ ਥਾਈ ਬਹਿ ਜਾ। ਨੇ ਕੀ ਗੱਲ ਹੋ ਗਈ? ਨੀ ਉਹ ਲਖਬੀਰੇ ਦੀ ਕੁੜੀ ਮਹਿੰਦੀ, ਲੱਗਿਆ ਕੁਛ ਪਤਾ ਉਹਦਾ? ਲੈ ਆਈ ਫਿਰਦੀ ਐ। ਦੇ ਸੋ ਉਹ ਆ ਗਈ? ਲੈ ਸੌ ਗਊ ਦੀ ਗਲੀ ਚ ਤੁਰੀ ਫਿਰਦੀ ਸੀ ਤੇ ਆਪ ਦੇਖੀ ਆ? ਲੈ ਹੋਰ ਇੰਨਾ ਅੱਖਾਂ ਨੇ ਵੇਖੀ ਆ। ਨੀ ਮੇਰੀ ਪੰਮੀ ਸੀ ਮੇਰੇ ਨਾਲ, ਉਹਨੂੰ ਵੇਖ ਕੇ ਤੇ ਦੰਦੀਆਂ ਜਿਹਾ ਕੱਢੇ ਹੀ। ਤੂੰ ਬੁਲਾਈ ਫੇਰ? ਲੈ ਮੇਰੀ ਬੁਲਾਉਂਦੀ ਜੁੱਤੀ। ਨਾਲੇ ਭੈਣ, ਉਹਨੂੰ ਤੇ ਕਿਤੇ ਪੂਰਾ ਹੀ ਸ਼ਰਮ ਹਜਾ ਨਹੀਂ। ਪੂਰੀ ਰਾਤ ਰਹੀ ਘਰੋਂ ਬਾਹਰ, ਖੋਰੇ ਕਿੱਥੇ ਕਿੱਥੇ ਧੱਕੇ ਖਾਂਦੀ ਰਹੀ ਆ। ਭੈਣ ਕਲਜੋ ਗਿਆ ਗਿਆ, ਕਿਤੇ ਗਲੀ 'ਚ ਐ ਦਗੜ ਦਗੜ ਕਰਦੀ ਫਿਰਦੀ ਸੀ ਜਿਕੂ ਮੂੰਹ ਕਾਲਾ ਕਰਾ ਕੇ ਨਾ ਆਈ ਹੋਵੇ, ਸਗੋਂ ਨਾਨਕਿਓਂ ਆਈ ਹੋਵੇ। ਅੱਛਾ ਭੈਣੋ ਦੀ ਮਾਂ ਤਾਂ ਬੜੀ ਸਾਊ ਆ, ਇਸ ਕੁੜੀ ਨੇ ਪਤਾ ਨਹੀਂ ਕੀ ਕੀਤਾ। ਇਸੇ ਨੂੰ ਤਾਂ ਕਲਜੋ ਕਹਿੰਦੇ ਆ ਭੈਣੇ। ਆ ਤੇਰੇ ਸਾਹਮਣੇ ਆ, ਵੇਖ ਲੈ ਤੂੰ। ਪਿਓ ਇਹਦਾ ਤੇ ਮਰਨ ਨੂੰ ਫਿਰਦਾ ਹੈ ਤੇ ਧੀ ਨੂੰ ਕੋਈ ਲੱਥੀ ਚੜੀ ਦੀ ਨਹੀਂ। ਨਹੀਂ ਇਹੋ ਜੀ ਔਲਾਦ ਨੂੰ ਤੇ ਵੱਢ ਕੇ ਖਪਾ ਦੇਵੇ ਰਾਤੋਂ ਰਾਤ ਬੰਦਾ, ਕੀ ਫਾਇਦੇ ਨਹੀਂ ਹੁੰਦੀ ਇਹੋ ਜੀ। ਆਪਾਂ ਵੀ ਧੀਆਂ ਭੈਣਾਂ ਵਾਲੇ ਆ। ਜਦੋਂ ਮੈਂ ਗੱਲ ਸੁਣਦੀ ਆ ਮੇਰਾ ਕਾਲਜਾ ਫਟਦਾ। ਮੈਂ ਕਦੇ ਕਦੇ ਸੋਚਦੀ ਆ ਕਿ ਪਤਾ ਨਹੀਂ ਕੁੜੀ ਦਾ ਕਸੂਰ ਹੈਗਾ ਵੀ ਸੀ ਕਿ ਨਹੀਂ। ਸਾਡੇ ਘਰ ਤਾਂ ਉਹਦਾ ਬਹੁਤ ਆਣਾ ਜਾਣਾ ਸੀ, ਕਦੀ ਮੈਂ ਉਹ ਉੱਪਰ ਅੱਖ ਚੱਕ ਕੇ ਨਹੀਂ ਸੀ ਤੱਕਦੀ ਵੇਖੀ। ਨਹੀਂ ਰਹਿਣ ਦੇ, ਤੈਨੂੰ ਨਹੀਂ ਪਤਾ ਬਥੇਰੇ ਚੜਵੇਂ ਲੀੜੇ ਪਾਪਾ ਨਿਕਲਦੀ ਹੁੰਦੀ ਸੀ ਬਾਹਰ। ਜਦੋਂ ਦੀ ਸ਼ਹਿਰ ਪੜਨ ਲਾਈ ਆ ਨਾ, ਉਦੋਂ ਦੀ ਤੇ ਵਾਹ ਨਹੀਂ ਗੱਲਾਂ ਕਰਦੀ ਸੀ। ਤੈਨੂੰ ਨਹੀਂ ਪਤਾ, ਮੈਂ ਜਾਣਦੀ ਆ। ਬਸ ਉਦੋਂ ਦੀ ਬੇੜੀ ਬੈਠੀ ਹੋ ਜਦੋਂ ਦੀ ਇਹਨੂੰ ਸ਼ਹਿਰ ਦੀ ਵਾਹ ਲੱਗੀ ਆ। ਭੈਣੇ ਲੋਕਾਂ ਦੀਆਂ ਬਥੇਰੀਆਂ ਕੁੜੀਆਂ ਸ਼ਹਿਰ 'ਚ ਪੜਨ ਜਾਂਦੀਆਂ, ਜਦੋਂ ਪਿੰਡ 'ਚ ਕਾਲਜ ਨਹੀਂ ਤਾਂ ਸ਼ਹਿਰ ਤਾਂ ਭੇਜਣੀਆਂ ਹੀ ਪਊ। ਮੇਰੀਆਂ ਵੀ 2 ਭਤੀਜੀਆਂ ਸੁੱਖ ਨਾਲ, ਉਹ ਵੀ ਸ਼ਹਿਰ 'ਚ ਪੜਨ ਜਾਂਦੀਆਂ। ਉਹਨਾਂ ਦੀ ਤਾਂ ਮੈਂ ਇਹੋ ਜਿਹੀ ਕਦੀ ਕੋਈ ਗੱਲ ਨਹੀਂ ਸੁਣੀ। ਭੈਣੇ ਸੁੱਖ ਸੁੱਖ ਬੋਲ, ਨਾ ਹੀ ਸੁਣੇ ਤਾਂ ਚੰਗਾ ਆ। ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਨਹੀਂ ਪਹਿਲੋਂ ਇਹ ਵੀ ਚੰਗੀ ਹੁੰਦੀ ਸੀ, ਪਰ ਇੱਕ ਝਾਟੋ ਜੀ ਆਉਂਦੀ ਸੀ ਸਕੂਟਰੀ ਤੇ ਇਹਨਾਂ ਦੇ ਘਰ, ਬਸ ਉਹਨੇ ਇਹਦੀਆਂ ਬੇੜੀਆਂ 'ਚ ਵੱਟੇ ਪਾ ਦਿੱਤੇ, ਮੱਤ ਮਾਰ ਕੇ ਰੱਖਤੀ ਕੁੜੀ ਦੀ। ਆਖਰੂ ਮਾੜੀ ਸੰਗਤ ਤੋਂ ਤਾਂ ਰੱਬ ਬਚਾ ਕੇ ਰੱਖੇ ਬੱਚਿਆਂ ਨੂੰ। ਰੱਬ ਤਾਂ ਬਚਾਵੇ, ਪਰ ਆਪ ਨੂੰ ਵੀ ਬਚ ਕੇ ਰਹਿਣਾ ਚਾਹੀਦਾ ਨਾ। ਬੀਬੀ ਘਰ ਆ ਜਾ ਹੁਣ। ਨਹੀਂ ਮੈਂ ਤੈਨੂੰ ਆਖਿਆ ਸੀ ਆਟਾ ਗੁੰਨ ਕੇ ਦਾਲ ਧਰਦੀ, ਤੂੰ ਮੇਰੇ ਮਗਰੇ ਹੀ ਆ ਗਈ। ਨਾ ਬੀਬੀ, ਵੀਰਾ ਮੈਨੂੰ ਖਿਜੀ ਜਾਂਦਾ, ਕਹਿੰਦਾ ਮੈਂ ਨਹੀਂ ਦਾਲ ਨਾਲ ਰੋਟੀ ਖਾਣੀ, ਸਬਜ਼ੀ ਕੋ ਲਿਆਂਦੀ ਨਹੀਂ ਸ਼ਹਿਰੋਂ। ਤੂੰ ਚੱਲ, ਮੈਂ ਤੁਰੀ ਆਉਣੀ ਆ। ਨਹੀਂ ਬੀਬੀ ਤੂੰ ਮੇਰੇ ਨਾਲ ਹੀ ਚਲੋ, ਮੈਨੂੰ ਖਿਜੀ ਜਾਂਦਾ ਆ। ਚੱਲ ਤੁਰ। ਭੈਣੇ ਬਹਿ ਜਾ, ਚਾਹ ਪੀ ਕੇ ਤੇ ਜਾਈ। ਨਹੀਂ ਮੁੰਡਾ ਖਿਜਿਆ ਫਿਰਦਾ ਹੈ, ਫੇਰ ਆਉਣੀ ਆ। ਮੈਂ ਤੈਨੂੰ ਪੱਕੀ ਕਰਨੇ ਆਈ ਸੀ ਵੀ ਕੁੜੀ ਨੂੰ ਨਾ ਕੱਲੇ ਕਿਤੇ ਉਧਰੇ। ਅੱਜ ਬੁਲਾਉਂਦੀ ਸੀ ਮੇਰੀ ਪੰਮੀ ਨੂੰ ਜਦੋਂ ਅਸੀਂ ਲੰਘੇ ਤੇ ਮੈਂ ਤੇ ਇਹਨੂੰ ਕਹਿ ਦਿੱਤਾ ਵੀ ਖਬਰਦਾਰ ਜੇ ਉਹਦੇ ਨਾਲ ਕਲਾਮ ਕੀਤੀ ਤੇ। ਭੈਣ ਬੁੱਧੀ ਫਿੱਟਦਿਆਂ ਕਿਤੇ ਪਤਾ ਲੱਗਦਾ। ਚੰਗਾ ਚੱਲਦੀਆਂ ਆ। ਅੱਛਾ ਚੰਗਾ। ਬੀਬੀ ਕਾਹ ਤੋਂ ਬਦਨਾਮ ਕਰੀ ਜਾਨੀ ਹੈ ਵਿਚਾਰੀ ਨੂੰ? ਤੂੰ ਕੁਛ ਉਹਦਾ ਵੇਖਿਆ? ਤੇ ਨਾਲੇ ਜੇ ਕੱਲ ਨੂੰ ਕੋਈ ਮੈਨੂੰ ਏਦਾਂ ਕਹੇ ਤਾਂ ਫੇਰ? ਨਹੀਂ ਮੈਂ ਤੇ ਵੱਢ ਕੇ ਸਿੱਟਦਾ ਕਹਿਣ ਵਾਲੇ ਨੂੰ ਤੇ ਨਾਲੇ ਤੈਨੂੰ। ਮੈਨੂੰ ਕਿਉਂ ਬਚਾਇਆ ਮਾਂ? ਕਿਉਂ ਬਚਾਇਆ ਮੈਨੂੰ? ਖਬਰਦਾਰ ਜਿਹਨੂੰ ਬੁਲਾਇਆ ਮੁੜ ਕੇ ਤੇ। ਇਹੋ ਜੀਆਂ ਕਲਮੂਈਆਂ ਦੇ ਮੂੰਹ ਨਹੀਂ ਲੱਗੀਦਾ ਹੁੰਦਾ। ਇਹੋ ਜੀਆਂ ਕਲਮੂਈਆਂ ਦੇ ਮੂੰਹ ਨਹੀਂ ਲੱਗੀਦਾ ਹੁੰਦਾ। ਇਹੋ ਜੀਆਂ ਕਲਮੂਈਆਂ ਦੇ ਮੂੰਹ ਨਹੀਂ ਲੱਗੀਦਾ ਹੁੰਦਾ।
मेहंदी हाँ बेटे हर की हाल है तेरा ਮਾਂ की होया ਅੱਜ ਮੇਰੀ ਸਹੇਲੀ ਦੀ ਮੰਮੀ ਨੇ ਮੈਨੂੰ ਉਹਦੇ ਨਾਲ ਬੁਲਾਉਣ ਨਹੀਂ ਦਿੱਤਾ ਸਾਰੇ ਲੋਕੀ ਮੇਰੇ ਵੱਲ ਦੇਖ ਕੇ ਗੱਲਾਂ ਕਰਦੇ ਆ। ਮੈਨੂੰ ਕੋਈ ਨਹੀਂ ਬੁਲਾਉਂਦਾ ਮਾਂ ਸਾਡਾ ਮਕਸਦ ਸਿਰਫ ਹੰਗਾਮਾ ਕਰਨਾ ਨਹੀਂ, ਸਾਡਾ ਮਕਸਦ ਹੈ ਕਿ ਸੀਰਤ ਬਦਲਣੀ ਚਾਹੀਦੀ ਹੈ। ਇੱਕ ਦੇ ਸੀਨੇ 'ਚ ਨਾ ਸਹੀ ਦੂਜੇ ਸੀਨੇ 'ਚ ਸਹੀ, ਪਰ ਸ਼ਮਾ ਜਿੱਥੇ ਵੀ ਹੋਵੇ ਬਸ ਜਗਣੀ ਚਾਹੀਦੀ ਹੈ। ਤੁਸੀਂ ਇਸ ਸ਼ਮਾ ਨੂੰ ਹੋਰ ਰੋਸ਼ਨ ਕੀਤਾ ਤੇ ਸਾਡੀ ਆਵਾਜ਼ ਸੰਗ ਆਪਣੀ ਆਵਾਜ਼ ਮਿਲਾਈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।